ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਸਿੰਘ ਜੀ ਪੱਟੀ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। शुक्रिया जी, शुक्रिया, धन्यवाद जी। मेरे वालों आप जी सारे श्रोतिया ते दर्शकों ਨੂੰ सत श्री अकाल जी। ठीक ठाक हो? बड़ी कृपा जी। चलो दो चीज़ां तीन इकट्ठियां ਚੱਲ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ, ਬੜੀਆਂ ਘਟਨਾਵਾਂ ਵੀ ਆ ਰਹੀਆਂ ਨੇ ਸਾਹਮਣੇ। ਇੱਕ ਤਾਂ 1984 ਦੇ ਸਿੱਖ ਕਤਲੇਆਮ ਦੀ ਇਹਨਾਂ ਦਿਨਾਂ ਦੇ ਵਿੱਚ ਜੋ ਤਾਂਡਵ ਨਾਚ ਨੱਚਿਆ ਗਿਆ, ਉਹ ਉਹਨਾਂ ਘਰਾਂ ਦੇ ਅਜੇ ਵੀ ਕਈ ਲੋਕ ਦੀਵੇ ਨਹੀਂ ਜਗਾਉਂਦੇ ਹੋਣਗੇ। ਸਮਾਂ ਭਾਵੇਂ ਬਹੁਤ ਪੈ ਗਿਆ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਧੀਆਂ ਪੁੱਤਾਂ ਨੂੰ ਜਿਸ ਤਰੀਕੇ ਨਾਲ ਕੋਹ ਕੇ ਸ਼ਹੀਦ ਕੀਤਾ ਗਿਆ, ਘਰ ਸਾੜ ਦਿੱਤੇ ਗਏ, ਸੰਪਤੀਆਂ ਲੁੱਟ ਲਈਆਂ ਗਈਆਂ, ਧੀਆਂ ਦੀ ਬੇਅਦਬੀ ਕੀਤੀ ਗਈ, ਉਹ ਕੌਣ ਲੋਕ ਸਨ? ਅਜੇ ਸਵਾਲ ਬੜਾ ਵੱਡਾ ਹੈ ਜੀ। ਜੀ ਜੀ ਜੀ। ਸੋ ਦੂਜੇ ਪਾਸੇ ਇੱਕ ਜੇਲ੍ਹ ਸੁਪਰਡੈਂਟ, ਉਹਦੇ ਵੀ ਗੱਲ ਕਰਾਂਗੇ। ਸਿੱਖ ਦੀ ਕੈਦੀ ਜਿਹੜਾ ਉਹਦੀ ਪਿੱਠ ਤੇ ਲਿਖਿਆ ਗਿਆ ਜਿਹੜਾ ਆਤੰਕਵਾਦੀ ਲਫ਼ਜ਼, ਇਹ ਕਿੱਥੋਂ ਆਇਆ ਆਤੰਕਵਾਦੀ ਲਫ਼ਜ਼? ਇਹਦੀ ਗੱਲ ਤੁਹਾਡੇ ਕੋਲ ਵੀ ਨਜ਼ਰੇ ਲਵਾਂਗੇ। ਸੌਦਾ ਸਾਧ ਜਿਹਨੂੰ ਹੁਣ ਕਿੱਥੋਂ ਸ਼ੁਰੂ ਕਰੀਏ, ਇਹ ਕਿਵੇਂ ਪਣਪਿਆ, ਕਿਵੇਂ ਇਹਦੀ ਚੜਾਈ ਹੋਈ, ਕਿਵੇਂ ਇਹਨੂੰ ਕੱਪੜੇ ਦਿੱਤੇ ਗਏ ਉਹ ਜਿਹੜੇ ਸੌਦਾ ਸਾਧ ਨੇ ਪਹਿਨੇ, ਕਿਵੇਂ ਇਹਨੇ ਕਿਸ ਤਰੀਕੇ ਦੇ ਨਾਲ ਆਪਣਾ ਪ੍ਰਸਿੱਧੀ ਹਾਸਲ ਕੀਤੀ। ਔਰ ਸੌਦਾ ਸਾਧ ਤੋਂ ਪੁੱਛਗਿੱਛ ਲਈ ਜਿਹੜੀ ਖਬਰ ਆ ਰਹੀ ਹੈ ਕਿ IG ਪਰਮਾਰ ਦੀ ਅਗਵਾਈ ਵਾਲੀ SIT ਨੇ ਤਿਆਰੀ ਕੱਸ ਲਈ ਹੈ, ਜੇਲ੍ਹ ਵਿੱਚੋਂ ਸਦੇ ਦੀ ਉਡੀਕ ਕੀਤੀ ਜਾ ਰਹੀ ਹੈ। ਕੀ ਲੱਗਦਾ ਤੁਹਾਨੂੰ, ਇਹ ਕਿਸ ਸੰਦਰਭ 'ਚ ਤੁਸੀਂ ਲੈਂਦੇ ਹੋ ਇਸ ਖਬਰ ਨੂੰ? 5 ਅਕਤੂਬਰ ਨੂੰ ਫਰੀਦਕੋਟ ਦੀ ਅਦਾਲਤ ਨੇ ਬਕਾਇਦਾ ਤੌਰ ਤੇ ਆਦੇਸ਼ ਜਾਰੀ ਕੀਤੇ ਕਿ 29 ਤਰੀਕ ਨੂੰ ਸੌਦਾ ਸਾਧ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ। ਮਾਮਲਾ ਜਦੋਂ ਪੇਸ਼ ਕਰਨ ਦੀ ਗੱਲ ਚੱਲੀ ਤੇ ਜਿਹੜੇ ਉਹਦੇ ਕਰਿੰਦੇ ਸੀ, ਜਿਹਦੇ ਵਕੀਲ ਸੀ ਸੌਦਾ ਸਾਹਿਬ ਦੇ, ਉਹਨਾਂ ਨੇ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਤਾ। ਹਾਈ ਕੋਰਟ ਨੇ 28 ਨਵੰਬਰ ਨੂੰ ਆਦੇਸ਼ ਦਿੱਤੇ ਕਿ ਸੌਦਾ ਸਾਹਿਬ ਨੂੰ ਉੱਥੇ ਪੇਸ਼ ਨਾ ਕੀਤਾ ਜਾਵੇ। ਜਿਹੜੀ SIT ਉਹ ਜਿਹੜੀ ਉਹ ਜਾ ਕੇ ਉੱਥੇ ਜੇਲ੍ਹ ਜਾ ਕੇ ਪੁੱਛ ਪੜਤਾਲ। ਹੁਣ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਪਹਿਲਾਂ ਵੀ ਇੱਕ ਵਾਰੀ ਆਦੇਸ਼ ਪਰਮਿਸ਼ਨ ਲਈ ਸੀ ਕੁੰਵਰ ਵਿਜੇ ਪ੍ਰਤਾਪ ਨੇ ਬਕਾਇਦਾ ਤੌਰ ਤੇ ਕਿ ਇਹਨੂੰ ਪੁੱਛ ਪੜਤਾਲ ਕਰਨੀ ਹੈ। ਇਹਦਾ ਨਾਮ ਬੋਲਦਾ ਵਾ ਇਹਦੇ ਵਿੱਚ ਬਹਿਬਲ ਕਲਾਂ ਤੇ ਕੋਟਪੂਰਾ ਕਾਂਡ ਦੇ ਵਿੱਚ। ਤੇ ਉਸ ਟਾਈਮ ਬਕਾਇਦਾ ਤੌਰ ਤੇ ਕੋਰਟ ਦੇ ਆਰਡਰ ਲੈ ਕੇ ਗਏ ਸੀ ਕੁੰਵਰ ਵਿਜੇ ਪ੍ਰਤਾਪ, ਲੇਕਿਨ ਅੱਗੋਂ ਹੁਕਮ ਹੋਇਆ ਸੀ ਵੀ ਭਾਈ ਤੁਹਾਡੇ ਆਰਡਰਾਂ ਦੀ ਕੋਈ ਵੈਲਿਊ ਨਹੀਂ। ਹਰਿਆਣੇ ਦਾ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਜੇ ਆਜ਼ਾਦ ਦੇਣਗੇ ਤੁਸੀਂ ਪੁੱਛ ਪੜਤਾਲ ਕਰ ਸਕਦੇ, ਨਹੀਂ ਤੇ ਬਰੰਗ ਵਾਪਸ ਚੱਲ ਜਾਓ ਜੀ। ਉਹ ਮੁੜ ਕੇ ਗੱਲ ਜਿਹੜੀ ਘੱਟੇ ਕੁੱਦਿਆ ਰਹਿ ਗਈ ਸੀ। ਉਸ ਤੋਂ ਬਾਅਦ ਉਹਨਾਂ ਦਾ ਆਪਣਾ ਪੰਗਾ ਪੈ ਗਿਆ। ਪੰਗਾ ਪੈਣ ਤੋਂ ਬਾਅਦ ਜੋ ਹੋਇਆ ਸਾਰਿਆਂ ਨੂੰ ਪਤਾ ਹੀ ਹੈ ਜੀ। ਹੁਣ ਇਸ ਵੇਲੇ ਜਿਹੜੇ IG ਪਰਮਾਰ ਨੇ, ਜਿਹੜੇ ਬਕਾਇਦਾ ਤੌਰ ਤੇ ਸਿੱਟ ਦੇ ਮੁਖੀ ਨੇ ਤੇ ਬੜੀ ਮੁਸਤੈਦੀ ਨਾਲ ਬੜੀ ਜਾਂਚ ਪੜਤਾਲ ਕਰ ਰਹੇ ਆ, ਉਹ ਕਹਿੰਦੇ ਕਿ 12 ਨਵੰਬਰ ਨੂੰ ਬਕਾਇਦਾ ਤੌਰ ਤੇ ਅਦਾਲਤ ਵਿੱਚ ਅਸੀਂ ਸਬਮਿਟ ਕਰਨਾ ਚਲਾਨ। ਸਾਡੀ ਇਹ ਕੋਸ਼ਿਸ਼ ਹੈ ਵੀ ਅਸੀਂ ਵੇਟ ਕਰ ਰਹੇ ਹਾਂ ਹੁਣ ਵੀ ਉੱਥੋਂ ਦੀ ਜੇਲ੍ਹ ਸੁਪਰਡੈਂਟ ਦੀ ਆਗਿਆ ਦੀ ਵੀ ਕਦੋਂ ਸਾਨੂੰ ਇਜਾਜ਼ਤ ਮਿਲਦੀ ਹੈ ਜਾ ਕੇ ਅਸੀਂ ਪੁੱਛ ਪੜਤਾਲ ਕਰ ਸਕੀਏ। ਉਹਨਾਂ ਨਾਲ ਰਾਬਤੇ ਦੇ ਵਿੱਚ ਅਜੇ ਤੱਕ ਸਾਨੂੰ ਉੱਥੋਂ ਪਰਮਿਸ਼ਨ ਨਹੀਂ ਮਿਲੀ। ਜਦੋਂ ਪਰਮਿਸ਼ਨ ਮਿਲੇਗੀ ਜਾ ਕੇ ਪੁੱਛ ਪੜਤਾਲ ਕਰਕੇ ਅਸੀਂ 12 ਤਰੀਕ ਨੂੰ ਜਿਹੜਾ ਚਲਾਨ ਪੇਸ਼ ਕਰਨਾ ਵਾ, ਉਹਦੇ ਵਿੱਚ ਉਹਦੀ ਪੁੱਛਗਿੱਛ ਦੇ ਅੰਦਰਾਜ ਜਿਹੜੇ ਵੀ ਦਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਵੇਖਣਾ ਇਹ ਆ ਜੇ ਤੇ ਸੌਦਾ ਸਾਧ ਤੇ ਉਹਦੇ ਸਾਥੀਆਂ ਨੇ ਲੇਟ ਕਰਨਾ ਹੋਇਆ ਤੇ ਫਿਰ ਸੁਪਰਡੈਂਟ ਨੂੰ ਕਹਿਣਗੇ ਚੁੱਪ ਕਰ ਰਾਜੇ, ਕੋਈ ਗੱਲ ਨਹੀਂ। ਵੈਸੇ ਚੁੱਪ ਕਰਨ ਵਾਲੀ ਗੱਲ ਨਹੀਂ ਕਹੀ। ਜੇ ਕਿਤੇ ਫਰੀਦਕੋਟ ਦੀ ਅਦਾਲਤ ਦੇ ਹੁਕਮ ਹੁੰਦੇ ਤੇ ਫਿਰ ਅਸੀਂ ਕਹਿ ਸਕਦੇ ਸੀ। ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ ਨੇ, ਉਹਨਾਂ ਨੂੰ ਫੋਲੋ ਨਾ ਕੀਤਾ ਤੇ ਆਦੇਸ਼ ਜਿਹੜੀ ਸਰਕਾਰ ਜਿਹੜੀ ਹਾਈ ਕੋਰਟ ਆ ਕੋਈ ਵੱਡਾ ਫੈਸਲਾ ਵੀ ਲੈ ਸਕਦੀ ਆ। ਸੁਪਰਡੈਂਟ ਨੂੰ ਤੇ ਹੋਮ ਮਿਨਿਸਟਰ ਨੂੰ ਤਲਬ ਕਰ ਸਕਦੀ, ਦੱਸੋ ਜੀ ਤੁਸੀਂ ਆਗਿਆ ਕੋਈ ਨਹੀਂ ਦਿੱਤੀ। ਇਸ ਕਰਕੇ ਜਿਹੜੇ IG ਸਾਹਿਬ ਨੇ, ਜਿਹੜੇ ਉਹਦੇ ਮੁਖੀ ਨੇ ਸਿੱਟ ਦੇ, ਉਹ ਪੂਰੇ ਇਸ ਵੇਲੇ ਦਰਾਫਤੇ ਨੇ ਉਹਨਾਂ ਨੇ, ਲੇਕਿਨ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਸਾਨੂੰ ਉੱਥੋਂ ਕੋਈ ਇਜਾਜ਼ਤ ਨਹੀਂ ਮਿਲੀ। ਜਦੋਂ ਪਰਮਿਸ਼ਨ ਮਿਲਦੀ ਹੈ ਉਦੋਂ ਜਾ ਕੇ ਪੁੱਛ ਪੜਤਾਲ ਕਰਕੇ ਅਗਲੀ ਕਾਰਵਾਈ ਤੁਰੰਤ ਕੀਤੀ ਜਾਵੇ। ਲੋਕ ਕਾਲਰ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ ਚਾਵਲਾ ਜੀ।
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਜੀ ਸਵਾਲ ਕੁਝ ਨਹੀਂ ਕਰਨਾ, ਮੈਂ ਤਾਂ ਜਸਟ ਇੰਟਰੋਡਕਸ਼ਨ ਦੇਣੀ ਸੀ। ਆਪਣੇ ਆਈਜੀ ਪਰਮਾਰ ਸਾਹਿਬ ਮੇਰੇ ਕਜ਼ਨ ਲੱਗਦੇ ਆ ਜੀ। ਅੱਛਾ ਜੀ, ਵੈਰੀ ਗੁੱਡ ਜੀ, ਵਧਾਈ ਹੋਵੇ ਜੀ, ਫਿਰ ਤੇ ਬਹੁਤ ਚੰਗੀ ਗੱਲ ਆ ਜੀ। ਹਾਂ, ਇਹ 89 ਬੈਚ ਦਾ ਡਾਇਰੈਕਟ ਡੀਐਸਪੀ ਭਰਤੀ ਹੋਇਆ ਸੀ। ਇਹ ਤਾਂ ਸੁਰਿੰਦਰਪਾਲ ਆ ਪੂਰਾ ਨਾਂ ਇਹਦਾ ਆਪਣੇ ਹਾਂ, ਪਰਮਾਰ ਤਾਂ ਫਿਰ ਸਾਹਿਬ। ਤੁਹਾਡੀ ਲਾਈਨ ਤੇ ਸਾਨੂੰ ਡਰ ਕੇ ਕੱਟਣੀ ਪਿਆ ਕਰਨੀ ਤੁਹਾਨੂੰ ਫਿਰ ਮਤਲਬ ਨਹੀਂ, ਮੈਂ ਜਸਟ ਸ਼ੁਗਲ ਦੀ ਗੱਲ ਦੱਸਦਾ। ਮੇਰਾ ਛੋਟੇ ਹੁੰਦੇ ਨਾ ਤੋਤਾ ਰੱਖਿਆ ਹੁੰਦਾ ਸੀ, ਇਹਨੇ ਮੈਨੂੰ ਘਨੀੜੀ ਘਨੂੜੀ ਬਹੁਤ ਖਿਲਾਇਆ ਹੈ। ਮੈਂ ਛੋਟਾ ਅੱਛਾ, ਤੁਸੀਂ ਛੋਟੇ ਹੋ ਤੇ ਇਹ ਤੁਹਾਡੇ ਤੋਂ ਵੱਡੇ ਨੇ ਤੇ ਤੁਹਾਨੂੰ ਗੇੜੀ ਗੁੜੀ ਖਿਲਾਇਆ ਤੇ ਤੋਤਾ ਰੱਖਿਆ ਸੀ। ਹੁਣ ਤੁਹਾਨੂੰ ਤੋਤਾ ਕਹਿ ਕੇ ਬੁਲਾਇਆ ਕਰੀਏ ਫਿਰ ਨੈਕਸਟ ਕਾਲ ਤੇ? ਨਹੀਂ, ਇਹ ਏਦਾਂ ਸਾਡੇ ਰਾਤ ਏਦਾਂ ਮਤਲਬ ਛੁੱਟੀਆਂ ਛੱਟੀਆਂ ਚ ਰਹਿੰਦੇ ਹੁੰਦੇ ਆ ਕੇ ਤਾਂ ਜਦੋਂ ਨਿਆਣੇ ਨੂੰ ਇਕੱਠੇ ਹੋਏ ਕਜ਼ਨ ਇਹਦਾ ਬਾਰੇ ਤੁਹਾਡਾ ਲਾਸਟ ਨੇਮ ਪਰਮਾਰ ਆ ਕਿ ਜਾਂ? ਅਸੀਂ ਪ੍ਰਹਾਰ ਆ ਜੀ। ਪ੍ਰਹਾਰ, ਇਹ ਪ੍ਰਹਾਰ ਆਏ? ਅੱਛਾ ਹਾਂ, ਅਸੀਂ ਪ੍ਰਹਾਰ ਆ, ਉਹ ਪਰਮਾਰ ਆ। ਅੱਛਾ, ਤੁਸੀਂ ਪ੍ਰਹਾਰ, ਉਹ ਪਰਮਾਰ ਆ। ਠੀਕ ਠੀਕ ਠੀਕ। ਹਾਂਜੀ ਹਾਂਜੀ। ਅੱਛਾ, ਚਲੋ ਬਹੁਤ ਬਹੁਤ ਮਿਹਰਬਾਨੀ। ਸੀ ਉੱਚਾ ਲੰਮਾ ਸੇਧ ਦਾ ਬੜਾ ਪੜਨ ਨੂੰ ਬਹੁਤ ਲਾਇਕ ਸੀ ਸ਼ੁਰੂ ਤੋਂ। ਆਪਣੇ ਇਹ ਤੋਂ ਛੋਟਾ ਬ੍ਰਦਰ ਜਿਹੜਾ ਉਹ ਐਸਪੀ ਆ ਜੀ ਜਲੰਧਰ। ਅੱਛਾ, ਠੀਕ 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 ਆ। ਆਪਣੇ ਜਾਣਦੇ ਹੋਣੇ ਨੌਲੇਜ ਤੁਹਾਡੇ ਕੋਲ ਵੀ ਬੜੀ ਹੈ ਬਾਬੇ ਦੀ ਕਿਰਪਾ ਦੇ ਨਾਲ। ਉਹ ਚਲੋ ਐਨੀਵੇ। ਅੱਛਾ, ਇਹ ਪ੍ਰਹਾਰ, ਤੁਸੀਂ ਪ੍ਰਹਾਰ, ਉਹ ਪਰਮਾਰ ਨੇ, ਫਿਰ ਇਹਦਾ ਮਤਲਬ ਜਾਂ ਮਾਮੇ ਦਾ ਪੁੱਤ ਵਾ ਤੇ ਜਾਂ ਭੂਆ ਦਾ ਪੁੱਤ ਆ? ਮਾਮੇ ਦਾ। ਚਲੋ ਫਿਰ ਕੱਢ ਲਈ ਨਾ ਰਿਸ਼ਤੇਦਾਰੀ ਫਿਰ ਨਾਨਕਿਆਂ ਚੋਂ। ਹਾਂ ਹਾਂਜੀ ਹਾਂਜੀ। ਚਲੋ ਮਿਹਰਬਾਨੀ ਵੀ, ਥੈਂਕ ਯੂ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣਦੇ ਤੇ ਦੇਖਦੇ ਜਾ ਰਹੇ ਹੋ। ਔਰ ਰਗਲਾ ਪੰਜਾਬ ਦੇ ਵਿੱਚ ਜਿਹੜੀ ਹੁਣੇ ਵੇਖਦੇ ਆ ਕਿ ਸਬਦਾ ਸਾਧ ਤੋਂ ਪੁੱਛਗਿੱਛ ਲਈ ਜਿਹੜੀ ਆਈਜੀ ਪਰਮਾਰ ਸਾਹਿਬ ਦੇ ਹੁਣ ਤਾਂ ਬਈ ਭੂਆ ਦੇ ਪੁੱਤ ਦਾ ਹੀ ਫੋਨ ਆ ਗਿਆ। ਹਾਂਜੀ, ਤੇ ਕੀ ਬਣਦੀ ਹੈ ਗੱਲ, ਦੇਖਦੇ ਹਾਂ ਅਗਲੇ ਹਿੱਸੇ ਦੇ ਵਿੱਚ। ਬਰਨਾਲਾ ਜੇਲ੍ਹ ਸੁਪਰਡੈਂਟ ਨੇ ਸਿੱਖ ਕੈਦੀ ਦੀ ਪਿੱਠ ਤੇ ਜਿਹੜਾ ਲਿਖਿਆ ਅੱਤਵਾਦੀ, ਉਹ ਤੁਹਾਡਾ ਵੀ ਮੈਂ ਨਜ਼ਰੀਆ ਜਾਣਨਾ ਚਾਹੁੰਦਾ, ਕਿਉਂਕਿ ਕੀਦਾ ਸਾਹਿਬ ਆਪਣੇ ਹਿਸਾਬ ਨਾਲ ਦੱਸ ਕੇ ਗਏ ਨੇ, ਮਿੰਟੂ ਜੀ ਆਪਣੀਆਂ ਹੱਡਬੀਤੀਆਂ ਸੁਣਾ ਕੇ ਗਏ ਨੇ। ਤੁਸੀਂ ਕੀ ਮਹਿਸੂਸ ਕਰਦੇ? ਪਹਿਲੀ ਗੱਲ ਤੇ ਪਰਮਾਰ ਸਾਹਿਬ ਦੀ ਕਰਦੇ ਆ ਜੀ, ਉਹ ਲੰਮਾ ਸਮਾਂ ਬਾਰਡਰ ਰੇਂਜ ਦੇ ਆਈਜੀ ਰਹੇ ਨੇ। ਹਾਂ, ਹਾਂਜੀ ਹਾਂਜੀ। ਔਰ ਇੱਕ ਵਾਰੀ ਮੈਂ ਮਿਲਿਆ ਤੇ ਕਿਸੇ ਕੇਸ ਕਰਕੇ ਤੇ ਮੈਂ ਉੱਥੇ ਗਰਮੀ ਖੈਰ ਨੂੰ ਸ਼ਾਂਤੀ ਪੱਟੀ ਦੀ ਸ਼ਾਂਤੀ। ਅੱਛਾ, ਤੁਸੀਂ ਗਰਮ ਹੋ ਗਏ? ਸਭ ਠੀਕ ਹੋ ਜੀ। ਮਤਲਬ ਇੰਨੀ ਸਹਿਨਸ਼ੀਲਤਾ ਬੰਦੇ ਚ ਕੀ ਹੈ? ਮਾਝੇ ਵਾਲੇ ਪਾਣੀ, ਮਾਝੇ ਦੇ ਪਾਣੀ ਚ ਕੀ ਆ ਇੰਨਾ ਮਤਲਬ ਜੱਕਦਾ? ਨਹੀਂ, ਇੰਨੀ ਸਹਿਨਸ਼ੀਲਤਾ ਹੋ ਜਾਏਗੀ। ਬਾਅਦ ਚ ਮੈਂ ਮਹਿਸੂਸ ਕੀਤਾ ਮੈਨੂੰ ਇਹ ਤਾਂ ਗਰਮ ਨਹੀਂ ਖਾਣੀ ਚਾਹੀਦੀ। ਸਾਡੇ ਪੱਤਰਕਾਰ ਦਾ ਮਾਮਲਾ ਸੀ ਵਿੱਚ ਗਏ ਸੀ ਅਸੀਂ ਉਹਦੇ ਚ। ਅੱਛਾ ਅੱਛਾ। ਮੈਨੂੰ ਕਹਿੰਦੇ ਸ਼ਾਂਤੀ ਯਾਰ, ਸ਼ਾਂਤੀ, ਸਭ ਠੀਕ ਹੋ ਜਾਏਗਾ, ਤੁਸੀਂ ਚਿੰਤਾ ਨਾ ਕਰੋ। ਜੇ ਵਾਕਈ ਉਸ ਬੰਦੇ ਨੇ ਫਿਰ ਫੋਨ ਕੀਤਾ, ਐਸਐਸਪੀ ਨੂੰ ਕੀਤਾ, ਡੀਐਸਪੀ ਨੂੰ ਆਪ ਕੀਤਾ ਵੀ ਇਹ ਪ੍ਰਾਇੋਰਟੀ ਤੇ ਕੰਮ ਕਰਨਾ ਤੁਸੀਂ, ਤੇ ਇਨਸਾਫ ਕਰਨਾ, ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਤੇ ਜਦੋਂ ਕਿਤੇ ਫੋਨ ਕਰੀਦਾ ਸੀ, ਫੋਨ ਆਪ ਚੁੱਕ ਕੇ ਬਾਈ ਨੇਮ ਬੁਲਾਉਂਦੇ ਸੀ। ਹਾਂਜੀ, ਹੁਕਮ ਕਰੋ ਜੀ, ਦੱਸੋ ਕੀ ਗੱਲ। ਉਹਨਾਂ ਨੂੰ ਕਹਿੰਦਾ ਜੀ ਹੁਕਮ ਤੇ ਤੁਸੀਂ ਕਰਨਾ, ਅਸੀਂ ਤਾਂ ਬੇਨਤੀ ਕਰਨੀ ਨਹੀਂ ਜੀ, ਹੁਕਮ ਕਰੋ ਤੁਸੀਂ। ਮਤਲਬ ਨਾਈਸ ਆਦਮੀ, ਕਾਫੀ ਬੰਦੇ ਚੰਗੇ, ਉਹਨਾਂ ਕਾਫੀ ਕੰਮ ਕੀਤਾ ਇਸ ਉੱਤੇ, ਵਰਕ ਕਾਫੀ ਕੀਤਾ ਉਹਨਾਂ ਨੇ, ਜਿੰਨਾ ਵਰਕ ਪਰਮਾਰ ਸਾਹਿਬ ਨੇ ਕੀਤਾ ਉਹਨਾਂ ਕਿਸੇ ਵੀ ਨਹੀਂ ਕੀਤਾ ਅਜੇ ਤੱਕ ਉਸ ਇਹਦੇ ਉੱਤੇ। ਚਲੋ ਹੁਣ ਆਪਾਂ ਗੱਲ ਕਰਦੇ ਜੀ ਬਰਨਾਲਾ ਜੇਲ੍ਹ ਸੁਪਰਡੈਂਟ ਦੀ, ਜਿਹੜਾ ਪਿਛਲੇ ਪਾਸੇ ਅੱਤਵਾਦੀ ਵੱਖਵਾਦੀ ਲਿਖਣਾ ਜਿਹੜਾ ਨਾ, ਅੱਤਵਾਦੀ ਤੁਹਾਨੂੰ ਪਤਾ ਅੰਗਰੇਜ਼ਾਂ ਦੇ ਟਾਈਮ ਤੇ ਇਹ ਪਨਪਿਆ ਸੀਗਾ। ਉਹ ਜਿਹੜੇ ਸਾਡੇ ਇਨਕਲਾਬੀ ਸੀ, ਅਕਾਲੀ ਸੀ, ਉਹਨਾਂ ਨੂੰ ਵੀ ਬਕਾਇਆ ਤੌਰ ਤੇ ਅੰਗਰੇਜ਼ ਟੈਰਰਿਸਟ ਕਹਿੰਦੇ ਹੁੰਦੇ ਸੀ। ਇਸ ਕਰਕੇ ਜਿਹੜਾ ਵਾ ਇਹ ਅੱਤਵਾਦੀ ਲਫ਼ਜ਼ ਆਇਆ, ਮੁੜ ਕੇ ਆਜ਼ਾਦੀ ਤੋਂ ਬਾਅਦ ਵੀ ਕਾਫੀ ਪ੍ਰਚਲਿਤ ਹੈ, ਜੋ ਅੱਜ ਵੀ ਪ੍ਰਚਲਿਤ। ਹੁਣ ਅੱਤਵਾਦੀ ਜਿਹੜਾ ਸੁਪਰਡੈਂਟ ਕਿਉਂ ਲਿਖਾਊਗਾ? ਸਵਾਲ ਇਹ ਪੈਦਾ ਹੁੰਦਾ ਕਿ ਅੱਤਵਾਦੀ ਕਿਉਂ ਲਿਖਾਊਗਾ ਉਹਦੇ ਪਿੱਠ ਦੇ? ਇਸ ਵਿਅਕਤੀ ਦੇ ਖਿਲਾਫ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 11 ਕੇਸ ਚੱਲਦੇ ਆ ਤੇ ਕਈ ਜੇਲ੍ਹਾਂ 'ਚ ਵੱਖ-ਵੱਖ ਜੇਲ੍ਹ, ਇੱਥੇ ਕੋਈ ਗਲਤੀ ਕਰਦਾ ਮੁੜ ਕੇ ਦੂਜੀ ਜੇਲ੍ਹ 'ਚ ਭੇਜ ਜਾਂਦੇ, ਤੀਜੀ 'ਚ ਭੇਜ ਜਾਂਦੇ, ਚੌਥੀ 'ਚ ਭੇਜ ਜਾਂਦੇ। ਡਿਕਟੇਟਰ ਹੈ ਉੱਥੇ ਵੀ, ਜਿੰਨੇ ਅੱਤਵਾਦੀ ਜਿਹੜੇ ਹੈਗੇ ਬਾਕੀ ਕੈਦੀ ਨੇ ਉਹ ਮੇਰੀ ਕਮਾਂਡ ਥੱਲੇ ਰਹਿਣ, ਜੋ ਮੈਂ ਕਹਾਂ ਉਹ ਕਰ। ਹੁਣ ਉਹ ਨਹੀਂ ਲਿਖੇਗਾ ਕਿਉਂਕਿ ਪਿਛਲਾ ਤਜਰਬਾ ਦੱਸਦਾ, ਇੱਕ ਵਾਰੀ ਇੱਕ ਜੇਬ ਪੱਤਰੇ ਦੇ ਉੱਤੇ ਲੋਕਾਂ ਨੇ ਫੜ ਕੇ ਮੱਥੇ ਤੇ ਜੇਬ ਪੱਤਰਾ ਲਿਖਿਆ। ਹਾਂ, ਮੈਂ ਚੋਰ ਹੂੰ। ਇੱਕ ਵਾਰੀ ਬਕਾਇਦਾ ਤੌਰ ਤੇ ਜਿਹੜਾ ਸੀ ਬੀਬੀਆਂ ਜਿਹੜੀਆਂ ਸੀ, ਇੱਕ ਹਾਂ ਤੁਹਾਡੇ ਅੰਮ੍ਰਿਤਸਰ ਮੇਰੇ ਖਿਆਲ ਕੋਈ ਦਲਿਤ ਬਰਾਦਰੀ ਦਾ ਸੰਬੰਧ ਸੀ ਤੇ ਹੈ ਵੀ ਰਾਜਸਥਾਨ ਤੋਂ ਸ਼ਾਇਦ, ਇਧਰ ਵੀ ਦੇ ਉੱਤੇ ਅੰਮ੍ਰਿਤਸਰ ਦੀ ਪੁਲਿਸ ਦੇ ਇੱਕ ਵਿਗੜੇ ਹੋਏ ਥਾਣੇਦਾਰ ਨਰਿੰਦਰ ਸਿੰਘ ਮੱਲੀ ਨੇ ਵਿਗੜਿਆ ਤੌਰ ਤੇ ਉਹਨਾਂ ਦੇ ਮੱਥੇ ਤੇ ਲਿਖਤਾ ਸੀ ਜੇਬ ਕਤਰੀ। ਜੇਬ ਕਤਰੀ ਲਿਖਿਆ ਸੀ। ਉਹ ਕੇਸ ਮਾਮਲਾ ਜਿਹੜਾ ਸੀ ਅਚਾਨਕ ਕਿਸੇ ਜੱਜ ਦੇ, ਹਾਈ ਕੋਰਟ ਦੇ ਜੱਜ ਦੇ ਨਜ਼ਰੀ ਪੈ ਗਿਆ ਕਿ ਬੀਬੀਆਂ ਨੇ ਰੱਖਿਆ ਕਿਉਂ। ਉਹਨੇ ਗਨਮੈਨਾਂ ਨੂੰ ਕਹਿੰਦਾ ਬੀਬੀਆਂ ਨੂੰ ਰੋਕੋ,
ਇੱਥੇ ਪੁਲਿਸ ਨੂੰ ਬੁਲਾਓ। ਉਹਨਾਂ ਦੇ ਬਕਾਇਦਾ ਬਿਆਨ ਕਲਮਬੰਦ ਕੀਤੇ ਤੇ ਨਾਲ ਅੰਮ੍ਰਿਤਸਰ ਪੁਲਿਸ ਨੂੰ ਬੁਲਾਇਆ ਗਿਆ ਕਿ ਜਵਾਬ ਦਿਓ ਵੀ ਤੁਸੀਂ ਇਹਨਾਂ ਜੇ ਪਤੇ ਕਿਵੇਂ ਲੱਗ ਸਕਦੇ। ਹਿਊਮਨ ਰਾਈਟਸ ਦਾ ਮਾਮਲਾ, ਜਿਹਨੂੰ ਗੁਨਾਹ ਕੀਤਾ ਤੇ ਕਾਨੂੰਨ ਦਾ ਕੰਮ ਨੂੰ ਸਜ਼ਾ ਦੇਣ ਤੁਸੀਂ ਕੋ ਸਜ਼ਾ ਵਾਲੇ ਹੁੰਦੇ। ਆਓ ਜੀ ਮੱਲੀ ਸਾਹਿਬ ਹਾਜ਼ਰ ਹੋ। ਹਾਂ, ਮੱਲੀ ਸਾਹਿਬ ਕੱਲੇ ਹਾਜ਼ਰ ਨਹੀਂ ਹੋਏ। ਜੇ ਤੇ ਕੋਈ ਮਾੜਾ ਐਸਪੀ ਹੁੰਦਾ ਤੇ ਉਹਨਾਂ ਤੇ ਸੁੱਟ ਦਿੰਦਾ, ਸਾਨੂੰ ਪਤਾ ਨਹੀਂ। ਸੁਖਦੇਵ ਸਿੰਘ ਸ਼ੀਨਾ ਐਸਪੀ ਸੀਗਾ, ਉਹਨੇ ਸਭ ਕੁਝ ਆਪਣੇ ਤੇ ਲੈ ਲਿਆ ਸੀ। ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ ਜੀ, ਮੈਂ ਜਵਾਬ। ਇਵਨ ਇਸ ਤੋਂ ਉਹਨਾਂ ਦਾ ਰਾਜੀਨਾਮਾ ਵੀ ਹੋ ਗਿਆ, ਉਹਨਾਂ ਦਾ ਪੁਲਿਸ ਦਾ ਰਾਜੀਨਾਮਾ ਹੋ ਗਿਆ, ਉਹਨਾਂ ਨਾਲ ਪੈਸੇ ਪੂਸੇ ਇਕੱਠੇ ਕਰਕੇ ਵੀ ਚਲੋ ਠੀਕ ਆ ਅਸੀਂ ਮਿਟਾ ਦਿੰਦੇ। ਪਰ ਉਹ ਕੋਰਟ ਕਹਿੰਦੀ ਨਹੀਂ, ਬਿਲਕੁਲ ਨਹੀਂ, ਤੁਹਾਡਾ ਰਾਜੀਨਾਮਾ ਹੋ ਗਿਆ, ਕੋਰਟ ਦਾ ਰਾਜੀਨਾਮਾ ਨਹੀਂ ਹੋਇਆ ਤੁਹਾਡੇ ਨਾਲ। ਫਿਰ ਬਕਾਇਦਾ ਤੌਰ ਤੇ ਉਹਨਾਂ ਨੂੰ ਜੁਰਮਾਨਾ ਕੀਤਾ ਗਿਆ। ਜੁਰਮਾਨਾ ਕਰਕੇ ਉਹਨੇ ਸਰਜਰੀ ਕਰਾਈ ਗਈ ਤੇ ਇਹਨਾਂ ਦੇ ਮੱਥੇ ਤੋਂ ਜਿਹੜਾ ਸੀ ਜੇ ਪੱਤਰੀਆਂ ਹਟਾਇਆ ਜਾਵੇ। ਸਰਜਰੀ ਨਾਲ ਕਿਹੜਾ ਹਟ ਜਾਣਾ, ਉਹ ਤਾਂ ਨਿਸ਼ਾਨ ਤੇ ਉੱਦਾਂ ਹੀ ਰਹਿਣਾ। ਨਹੀਂ ਹਟ ਜਾਂਦਾ ਜੀ, ਕਾਫੀ ਤੱਕ ਫਰਕ ਪੈ ਜਾਂਦਾ। ਅੱਛਾ, ਕਾਫੀ ਹੱਦ ਤੱਕ। ਹੁਣ ਜਿਹੜੀ ਨਵੀਆਂ ਸਰਜਰੀਆਂ ਬੜਾ ਕੁਛ ਹੈਗਾ ਜੀ। ਅੱਛਾ ਚਲੋ ਠੀਕ ਹੈ ਜੀ। ਹੁਣ ਇਹਦੀ ਇਹਦੇ ਪਿੱਠ ਤੇ ਦੇਖਿਆ ਸੁਬਰਡਨ, ਇਹ ਪਹਿਲੀ ਘਟਨਾ ਨਹੀਂ, ਇਹ ਚੌਥੀ ਪਟਨੀ ਘਟਨਾ ਆ ਗਈ। ਹਾਂ, ਇਹ ਤੋਂ ਪਹਿਲਾਂ ਵੀ ਹੋ ਚੁੱਕੀ ਹੈ, ਪਹਿਲਾਂ ਵੀ ਘਟਨਾਵਾਂ ਵਾਪਰ ਚੁੱਕੀਆਂ। ਇਸ ਕਰਕੇ ਜਾਂਚ ਦਾ ਵਿਸ਼ਾ ਵਾ। ਉਪ ਮੁੱਖ ਮੰਤਰੀ ਸਾਹਿਬ ਨੇ ਬਕਾਇਦਾ ਤੌਰ ਤੇ ਜਾਂਚ ਦੇ ਦਿੱਤੇ ਆ। ਜਿਹੜਾ ADC ਦੀ ਵਿਜੀਲੈਂਸ ਹੈਗਾ, ਜ਼ਿਲ੍ਹਾ ਹੈਗਾ ਵਾ PK ਸਿਨਹਾ, ਇੱਕ ਤੇ PK ਬੜੇ ਹੈਗੇ ਸਾਡੇ ਇੱਥੇ, PK ਸਿਨਹਾ ਨੂੰ ਕਿਹਾ ਵੀ ਭਾਈ ਇਹਦੀ ਜਾਂਚ ਕਰੋ। ਤੇ ਉਹਨਾਂ ਜਿਹੜੇ ਫਿਰੋਜ਼ਪੁਰ ਦੇ ਹੈਗੇ ਆ DIG ਆਪਣੇ ਤਜਿੰਦਰ ਸਿੰਘ ਮੌੜ, ਉਹਨੂੰ ਕਿਹਾ ਵੀ 1 ਹਫ਼ਤੇ ਜਾਂਚ ਕਰਕੇ ਦੀ ਰਿਪੋਰਟ ਸਬਮਿਟ ਕੀਤੀ ਜਾਵੇ ਤਾਂ ਕਿ ਮੰਤਰੀ ਸਾਹਿਬ ਨੂੰ, ਗ੍ਰਹਿ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਦੱਸਿਆ ਜਾਵੇ ਕਹਾਣੀ ਕੀ ਹੈਗੀ ਆ। ਦੂਜੀ ਗੱਲ ਇਹ ਵੀ ਸੁਖਨ ਬਲਵੀਰ ਸਿੰਘ ਦਾ ਦੋਸ਼ ਆ। ਉਹ ਕਹਿੰਦਾ ਇਹ ਬਹੁਤ ਪਰੇਸ਼ਾਨ ਕਰਦਾ। ਕਈ ਜੇਲ੍ਹਾਂ 'ਚ ਉੱਥੇ ਸਾਡੇ ਕੋਲ ਆਇਆ ਗਿਆ, ਇੱਥੇ ਇਹ ਆਪਣੀ ਚਲਾਉਣਾ ਵੀ ਮੈਂ ਗੁੰਡਾ ਵਾ, ਜੋ ਮਰਜ਼ੀ ਕਰੀ ਜਾਵਾਂ। ਹੁਣ ਇਹਦੀ ਗੁੰਡਾ ਕਰਦੇ ਦੂਜੇ ਕਿਸੇ ਨੂੰ ਮਰਵਾ ਦਈਏ ਤੇ ਕੋਈ ਅਸੀਂ ਹੁਣ ਨਹੀਂ। ਅਸੀਂ ਬਿਲਕੁਲ ਕੋਈ ਲਿਖਿਆ ਅੱਤਵਾਦੀ ਲਿਖਿਆ, ਇਹ ਆਪਣੇ ਨੇ ਕਿਤਾਬ ਲਿਖਿਆ, ਸਾਨੂੰ ਨਹੀਂ ਪਤਾ। ਜਾਂਚ ਅਸੀਂ ਵੀ ਕਰ ਰਹੇ ਹਾਂ, ਤੁਸੀਂ ਵੀ ਕਰੋ, ਆਪੇ ਸਹੀ ਸਾਹਮਣੇ। ਚਲੋ ਸਹੀ ਗੱਲ ਆ, ਜਾਂਚ ਹੋਣੀ ਚਾਹੀਦੀ ਆ ਵੀ ਪਿੱਛੇ ਆਪਣੇ ਹੱਥ ਨਾਲ ਤਾਂ ਲਿਖ ਨਹੀਂ ਸਕਦਾ ਉਹ ਆਤੰਕਵਾਦੀ। ਸੈਕਿੰਡ ਇਹ ਵੀ ਹੈ ਕਿ ਇਹਨੂੰ ਇਹ ਵੀ ਤਰ੍ਹਾਂ ਦਾ ਹੁੰਦਾ ਕਿਸੇ ਵੇਲੇ। ਹੁਣ ਗੱਲ ਸੁਣੋ ਮੇਰੀ ਪੱਟੀ ਸਾਹਿਬ, ਜੇ ਮਗਰ ਸਿੰਘ ਲੱਗਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਜਿਹੜਾ ਜਿਸ ਤਰੀਕੇ ਦੇ ਨਾਲ ਜੇ ਉਹ ਜੇਲ੍ਹ ਸੁਪਰਡੈਂਟ ਆ ਕਿ ਉਹਨੂੰ ਸਿੱਖ ਹੀ ਮੰਨ ਲਿਆ ਜਾਵੇ, ਹਨਾ। ਪ੍ਰੋਪਰ ਸਿੰਘ ਵਾ, ਰੰਧਾਵਾ ਵਾ, ਸੰਧੂ ਆ, ਬਰਾੜ ਆ, ਬਾਜਵਾ ਵਾ, ਜਾਂ ਕੁਛ ਵੀ ਆ, ਜਾਂ ਚਾਵਲਾ ਵਾ, ਦਿਸ ਐਂਡ ਦੈਟ ਆ, ਕੋਈ ਸਿੱਖ ਹੋ ਗਿਆ, ਹਨਾ। ਸੈਕਿੰਡ ਗੱਲ ਇਹ, ਕਿਸੇ ਵੇਲੇ ਵੇਰੇ ਹੋਏ ਜਿਹੜੇ ਹੁੰਦੇ ਨਾ ਜੇਲ੍ਹ ਸੁਪਰਡੈਂਟ ਨੂੰ ਮੇਰੇ ਕੋਲ ਭੇਜੋ, ਮੈਂ ਕਰਦਾ ਸਿੱਧਾ। ਦੂਜੇ ਪਾਸੇ ਇਦਾਂ ਵੀ ਤੇ ਲਿਆ ਜਾ ਸਕਦਾ ਨਾ, ਆ ਜਾ ਵੀ ਤੈਨੂੰ ਮੈਂ ਮਿਲਦਾ, ਇਹ ਵੀ ਤੇ ਹੋ ਸਕਦਾ। ਆਪਾਂ ਕਿਆਸ ਰਾਹੀਂ ਕਰ ਰਹੇ ਆ ਨਾ। ਫॉर योर काइंड इन्फॉर्मेशन जी, कोई भी ਜਿਹੜਾ ਕੈਦੀ ਆ ਉਹ ਕਿਸੇ ਸੁਪਰਡੈਂਟ ਦੇ ਕਹਿਣ ਤੇ ਉਹਦੀ ਜੇਲ੍ਹ ਨਹੀਂ ਭੇਜਦਾ। ਨਹੀਂ, ਜੇ ਆ ਹੀ ਗਿਆ, ਜੇ ਮਤਲਬ ਉਥੇ ਕਰ ਰਿਹਾ ਤਾਂ ਉਹਦੀ ਹਿਸਟਰੀ ਪੜ੍ਹ ਕੇ ਵੀ ਤਾਂ ਫਾਈਲਾਂ ਤੇ ਪੜ੍ਹਦੇ ਹੀ ਆ ਨਾ। ਇਹ ਜਿਵੇਂ ਡਾਇਗਨੋਸ ਕਰਦੇ ਵੀ ਕਿੱਥੋਂ ਆਇਆ, ਕਿਵੇਂ ਆਇਆ। ਪਰ ਮੈਂ ਇਹ ਕਹਿ ਸਕਦਾ ਜੀ ਵੀ ਕੈਦੀ ਦੇ ਨਾਲ ਉਹਦੀ ਫਾਈਲ, ਕੈਦੀ ਦੇ, ਤੁਹਾਡਾ ਧੰਨਵਾਦ, ਕੈਦੀ ਦੇ ਨਾਲ ਹੀ ਉਹਦੀ ਫਾਈਲ ਵੀ ਤੇ ਜਾਂਦੀ ਆ ਨਾ ਉੱਥੇ ਜੇਲ੍ਹ ਦੇ ਵਿੱਚ। ਜੀ ਫਾਈਲ ਜਾਂਦੀ ਹੈ ਨਾ ਫਾਈਲ, ਵੀ ਇਹ ਕੀ ਆ, ਕਿਸ ਤਰੀਕੇ ਨਾਲ ਹੋਊਗਾ। ਜੇ ਭੇਜਿਆ ਨਹੀਂ ਗਿਆ ਤੇ ਫਿਰ ਇਹਨਾਂ ਦੀਆਂ ਵੀ ਤਾਂ ਆਪਸ ਵਿੱਚ ਰਲੀਆਂ ਚੁਗਦੀਆਂ ਹੀ ਨੇ। ਸਾਰੇ ਪਾਸੇ ਖੋਲ ਕੇ ਵੇਖਣਾ ਪਊਗਾ ਨਾ ਆਪਾਂ ਨੂੰ। ਇਸ ਮਾਈਕ ਤੇ ਬੈਠੇ ਆਪਾਂ, ਦੋ ਜਾਂਚਾਂ ਹੋ ਰਹੀਆਂ, ਜੇ ਸੁਪਰਡੈਂਟ ਆਪਣੀ ਕਰ ਰਿਹਾ ਤੇ ਪੁਲਿਸ ਆਪਣੀ ਕਰ ਰਹੀ ਹੈ। ਬਿਲਕੁਲ। ਜਿਹਨੇ ਲਿਖਿਆ ਵਾ ਉਹ ਇਹ ਤਾਂ ਹੈ ਨਹੀਂ ਵੀ ਇਹਦਾ ਐਡਾ ਮਾਸਟਰ ਬਣ ਗਿਆ ਵੀ ਏਦਾਂ ਆਪਣੇ ਹੱਥ ਨਾਲ ਪਿੱਛੇ ਲਿਖ ਲੂਗਾ। ਜੇ ਲਿਖਿਆ ਤੇ ਇਹਨੇ ਪਹਿਲੀ ਗੱਲ ਤਾਂ ਇਹ ਕਿ ਸਾਰੀ ਕੌਮ ਨੂੰ ਗੁੰਮਰਾਹ ਕੀਤਾ। ਇਹਦੀ ਬਿਲਕੁਲ ਇਨਕੁਆਇਰੀ ਚੰਗੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ਤੇ ਜੇ ਕਿਸੇ ਕੋਈ ਨੇ ਕਹਿ ਕੇ ਲਿਖਵਾਇਆ ਵੀ ਆ ਤੇ ਉਹ ਵੀ ਸਾਹਮਣੇ ਆ ਜਾਊਗਾ। ਖੋਜ ਤਾਂ ਖੋਜ ਆ, ਅੱਜ ਹੀ ਤਾਂ ਕੱਲ ਹੋ ਜੂ। ਅੱਗੇ ਵੀ 3 ਕੇਸ ਹੋਏ ਨੇ ਜੀ। ਜੇਲ੍ਹ ਅਧਿਕਾਰੀਆਂ ਤੇ ਦੋਸ਼ ਲੱਗਦੇ ਰਹੇ ਨੇ। ਜਾਂਚ ਦੇ ਵਿੱਚ ਜਿਹੜੇ ਲਿਖਣ ਵਾਲਾ ਸੀ ਉਹ ਫਿਰ ਸਾਹਮਣੇ ਆਉਂਦੇ ਰਹੇ ਵੀ ਅਸੀਂ ਚਮਚੇ ਨਾਲ ਲਿਖਿਆ ਸੀ, ਅਸੀਂ ਫਲਾਣੀ ਚੀਜ਼ਾਂ ਲਿਖਿਆ ਸੀ, ਢਿਗੜੀ ਚ ਸਾਨੂੰ ਨਹੀਂ ਕਿਹਾ ਸੀ ਲਿਖਦੇ ਇੱਥੇ। ਚਲੋ ਇਸ ਕਰਕੇ ਇਹ ਜਾਂਚ ਦਾ ਵਿਸ਼ਾ ਵਾ, ਜਾਂਚ ਹੋ ਰਹਿਣ ਦਿਓ, ਸਮਝ ਆ ਜਾਏਗੀ ਕੀ ਨਹੀਂ ਹੈਗਾ। ਵਾਹ ਪਿਆ ਜਾਣੇ ਜਰਾ। ਮੈਂ ਇਹ ਗੱਲ ਕਹੂੰਗਾ ਕਿ ਜੇ ਕਿਤੇ ਵਾਕਿਆ ਹੀ ਸੁਪਰਡੈਂਟ ਲਿਖਿਆ ਵਾ ਤੇ ਫਿਰ ਸੁਪਰਡੈਂਟ ਰਹਿਣ ਦੇ ਕਾਬਿਲ ਨਹੀਂ ਹੈਗਾ, ਉਹਨੂੰ ਇਮੀਡੀਏਟਲੀ ਡਿਸਮਿਸ ਕੀਤਾ ਜਾਣਾ ਚਾਹੀਦਾ। ਬੜਾ ਕੁਝ ਹੋਇਆ ਪਹਿਲਾਂ, DGP SSP ਜਿਹੜੇ SP ਥਾਣੇਦਾਰ, ਪੁਲਿਸ ਮੁਲਾਜ਼ਮ ਜਿਹੜੇ ਬੜੇ ਬੜੇ ਅਹੁਦਿਆਂ ਤੇ ਰਹੇ ਨੇ, ਜਿਨ੍ਹਾਂ ਨੇ ਫੀਤੀਆਂ ਵਧਾਉਣ ਦੀ ਖਾਤਰ ਬੜੇ ਝੂਠੇ ਮੁਕਾਬਲੇ ਕੀਤੇ ਆ। ਪਿੰਕੀ ਜਿੰਦਾ ਅਜੇ ਵੀ ਸਾਰਾ ਕੁਝ ਦੱਸਦਾ ਪਿਆ ਕਿ ਮੇਰੇ ਕਹਿੰਦਾ ਲੁਧਿਆਣੇ ਵਾਲੀ ਗੱਲ ਪੁੱਛ ਕੇ ਵੇਖੋ ਕਿੰਦਾ। ਅੱਜ ਤੋਂ 40 ਸਾਲ ਪਿੱਛੇ ਚੱਲ ਜਾਓ,
45 ਸਾਲ ਪਿੱਛੇ ਚੱਲ ਜਾਓ, ਬਕਾਇਦਾ ਤੌਰ ਤੇ ਪਿੰਡ ਦੇ ਵਿੱਚ ਜਾਂ ਕਿਤੇ ਵੀ ਕੋਈ ਬੰਦਾ ਕਿਸੇ ਧੀ ਭੈਣ ਨੂੰ ਮਖੌਲ ਕਰਦਾ ਸੀ, ਛੇੜਦਾ ਸੀ ਤੇ ਪੁਲਿਸ ਫੜ ਕੇ ਲੈਂਦੀ। ਪੁਲਿਸ ਕੀ ਕਰਦੀ ਸੀ? ਕੋਤੇ ਦੇ ਬੋਂਦੀ ਬਕਾਇਦਾ ਤੌਰ ਤੇ ਉਹਦਾ ਮੂੰਹ ਕਾਲਾ ਕਰਕੇ ਤੇ ਉਹਨੂੰ ਸੰਗਲ ਨਾਲ ਬਾਹਰ ਬੰਨ ਦਿੰਦੀ ਸੀ ਲੋਕਾਂ ਸਾਹਮਣੇ, ਤੇ ਆਪਣੇ ਨੂੰ ਕੁੱਤਾ ਕਹੋ ਓਏ, ਕਹਿ ਮੈਂ ਆਪਣੀ ਭੈਣ ਨੂੰ ਛੱਡਿਆ ਓਏ, ਆਪਣੇ ਉਹ ਮੂੰਹ ਆਪਣੇ ਬੋਲਦਾ ਸੀ। ਅੱਜ ਕੋਈ ਬੰਦੇ ਨੂੰ ਉਠਾਵੇ ਉਸ ਵੇਲੇ ਹਿਊਮਨ ਰਾਈਟਸ ਆ ਜਾਂਦੇ। ਬਸ ਕਿੰਨਾ ਕੁ ਹਿਊਮਨ ਰਾਈਟਸ ਦਾ ਉੱਥੇ ਅਤਿਆਚਾਰ ਹੋਇਆ ਇਹ ਤੁਸੀਂ ਅਸੀਂ ਸਭ ਸਮਝਦੇ ਆ, ਜਾਣਦੇ। ਆਓ ਫਿਰ ਉਸੇ ਹਿਊਮਨ ਰਾਈਟਸ ਦੀ ਗੱਲ ਕਰ ਲੈਂਦੇ ਆ। ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਜੋ ਹਿਊਮਨ ਰਾਈਟਸ ਦਾ ਮਲੀਆ ਮੇਟ ਹੋਇਆ ਸੀ 1984 ਦੇ ਵਿੱਚ, ਉੱਥੇ ਆਵਾਜ਼ ਉਠਾਈ ਗਈ ਹੈ ਸਿੱਖ ਕਤਲੇਆਮ ਦੀ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ। ਅਮਰੀਕੀ ਸਾਂਸਦ ਇੱਕ ਹੈਗਾ ਵਾ ਬ੍ਰੈਡਨ ਬੋਇਲ, ਉਹਨੇ ਬਕਾਇਦਾ ਤੌਰ ਤੇ ਜਿਹੜੀ ਸਪੀਕਰ ਮੈਡਮ ਸੀ ਉਹਦੇ ਕੋਲ ਇਜਾਜ਼ਤ ਲਈ ਹੈ ਵੀ ਮੈਡਮ ਮੈਂ ਸਿੱਖ ਕਤਲੇਆਮ ਦੀ ਗੱਲ ਕਰਨਾ ਚਾਹੁੰਦਾ ਕਿ ਸਿੱਖ ਜਿਹੜੇ ਆ ਅਮਰੀਕਾ ਦੇ ਵਿੱਚ 5 ਲੱਖ ਦੇ ਕਰੀਬ ਵਸਦੇ, 130 ਸਾਲ ਪਹਿਲਾਂ ਆਏ ਸੀ ਤੇ ਅੱਜ ਸਾਡੇ ਨਾਗਰਿਕ ਨੇ। ਅੱਜ ਬਛਿੰਦੇ ਦੇ ਅਮਰੀਕਾ ਦੇ ਤੇ ਸਿੱਖਾਂ ਦੇ ਉੱਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਉਹਦੇ 2 ਗਨਮੈਨਾਂ ਨੇ ਮਾਰ ਦਿੱਤਾ ਸੀ, ਜਿਹੜਾ ਉੱਥੇ ਇੰਤਹਾ ਕੀਤੀ ਗਈ, ਸ਼ਰੇਆਮ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ, ਬਿਨਾਂ ਕਸੂਰ ਤੋਂ ਮਾਰੇ ਗਏ। 20,000 ਸਿੱਖਾਂ ਨੇ ਆਪਣੀ ਭੱਜ ਕੇ ਜਾਨ ਬਚਾਈ ਤੇ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਵੀ ਅਸਲ ਦੇ ਵਿੱਚ ਸਿੱਖ ਮਰੇ ਕਿੰਨੇ ਸੀ, ਜਿਹਨੇ ਮਾਰੇ ਸੀ ਅਜੇ ਤੱਕ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਅਸੀਂ ਇਹਦੇ ਤੇ ਚਾਹੁੰਦੇ ਹਾਂ ਵੀ ਇੰਡੀਆ ਜਿਹੜੀ ਅਮਰੀਕਨ ਗਵਰਨਮੈਂਟ ਆ, ਇੰਡੀਆ ਗਵਰਨਮੈਂਟ ਨੂੰ ਕਹੇ ਭਾਈ ਇਹਨਾਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ। ਇਹ ਬੰਦੇ ਮਿਹਨਤੀ, ਇਮਾਨਦਾਰ ਤੇ ਕੰਮ ਕਰਨ ਵਾਲੇ ਬੰਦੇ ਨੇ। ਜਿਹੜੀ ਅਮਰੀਕਾ ਦੀ ਇਕੋਨਮੀ ਉਹਦੇ ਵਿੱਚ ਬੜਾ ਵੱਡਾ ਰੋਲ ਸਿੱਖਾਂ ਨੇ ਪਾਇਆ। ਜੇ ਉਹ ਪਾਰਲੀਮੈਂਟ ਉੱਠ ਕੇ ਉੱਥੋਂ ਦਾ ਇੱਕ ਪਾਰਲੀਮੈਂਟੇਰੀਅਨ ਕਹਿੰਦਾ ਸਾਡੇ ਦੇ ਪਾਰਲੀਮੈਂਟ ਦੇ ਬੰਦੇ ਕਿਉਂ ਉਹਨਾਂ ਨੂੰ ਖਿੱਚਣੀ ਪਈ ਕੋਈ, ਉਹ ਕਿਉਂ ਨਹੀਂ ਬੋਲਦੇ? ਉੱਥੇ ਵੱਡੀਆਂ ਵੱਡੀਆਂ ਦਸਤਾਰਾਂ ਸਾਡੇ ਦੇ ਦਾੜੇ ਛੱਡ ਕੇ ਵੱਡੇ ਵੱਡੇ ਰਮਾਨ ਹੁੰਦੇ ਆ ਕਿ ਸੁੱਚੇ ਮੂੰਹ ਆ ਜਾਂਦੇ 5-5 ਸਾਲ ਉੱਥੋਂ। ਅਸੀਂ ਜੋ ਤੱਕ ਧੰਨਵਾਦ ਕਰਦੇ ਉਸ ਬੰਦੇ ਦਾ, MP ਦਾ, ਜਿਹਨੇ ਵਿਚਾਰੇ ਦੇ ਜਿਹੜੀ ਸਿੱਖਾਂ ਦੀ ਬਾਤ ਬੁਲੰਦ ਕੀਤੀ ਵੀ ਵੇਖੋ ਇਹਨਾਂ ਨੇ ਅਮਰੀਕਾ ਦੀ ਕੌਮੀ 'ਚ ਵੱਡਾ ਰੋਲ ਪਾਇਆ ਵਾ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਪਾਟੀ ਸਾਹਿਬ ਹਮ ਬੋਲੇਗਾ ਤਾਂ ਬੋਲੋਗੇ ਕਿ ਬੋਲਤਾ ਹੈ। ਫਿਰ ਤੁਸੀਂ ਸਾਡੇ ਨਾਲ ਕਿਸੇ ਵੇਲੇ ਸਿੰਘ ਵਸਾ ਲੈਂਦੇ ਹੋ। ਇਹ ਇੱਥੋਂ ਦੀ ਧਰਾਤਲ ਨੂੰ ਅਸੀਂ ਜਾਣਦੇ ਹਾਂ, ਉੱਥੋਂ ਦੀ ਧਰਾਤਲ ਨੂੰ ਤੁਸੀਂ ਜਾਣਦੇ ਹੋ। ਇੱਥੇ ਇੰਜ ਕਰ ਕਰਕੇ ਲਾ ਕੇ ਨਾ ਕਿਉਂ ਕਾਰਪਿਨ ਦਾੜਾ ਪ੍ਰਕਾਸ਼ ਕਰਕੇ ਹੱਥਾਂ ਜੋੜ ਕੇ ਅਸੀਂ ਤੁਹਾਡੇ ਆ, ਤੁਹਾਡੇ ਬੱਚੇ, ਤੁਹਾਡੀ ਆਵਾਜ਼ ਬੁਲੰਦ ਕਰਾਂਗੇ। ਪਤਾ ਨਹੀਂ ਅੰਦਰ ਕੁਝ ਹੋਰ ਹੀ ਹੁੰਦਾ, ਅੰਦਰ ਡੋਗਰੇ ਵਸੇ। ਉਹ ਟੂਟੀ ਦਾ ਪਾਣੀ ਪਤਾ ਨਹੀਂ ਕਿਹੋ ਜਿਹਾ ਵਾ। ਟੂਟੀ ਦਾ ਜਿਹੜੀ ਪਾਰਲੀਮੈਂਟ 'ਚ ਲੱਗੀ ਆ ਨਾ, ਜਿਹੜੀ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਚੁਣ ਕੇ ਜਾਂਦੇ, ਉੱਥੇ ਪਾਣੀ ਪਤਾ ਨਹੀਂ ਟੂਟੀ ਕਿਹੋ ਜਿਹੀ ਲੱਗੀ। ਜਦੋਂ ਪਾਣੀ ਘੁੱਟ ਪੀ ਲੈਂਦੇ ਤੇ ਸਭ ਕੁਝ ਭੁੱਲ ਜਾਂਦਾ, ਸਭ ਕੁਝ ਭੁੱਲ ਜਾਂਦਾ। ਸਭ ਕੁਝ ਹੈ ਕਿ ਨਹੀਂ? 2-4 ਵਿਰਲੇ ਜੇ ਟਾਵੇਂ ਜੇ ਹੈਗੇ ਨੇ ਜਿਹੜੀ ਮਾੜੀ ਮੋਟੀ ਆਵਾਜ਼ ਬੁਲੰਦ ਕਰਦੇ ਨੇ। ਸਮਾਂ ਥੋੜ੍ਹਾ ਹੈ, ਬਹੁਤ ਕੁਝ ਆ ਬੋਲਣ ਵਾਸਤੇ, ਬਹੁਤ ਕੁਝ। ਪਰ ਚਲੋ, ਕਿਉਂਕਿ ਸਾਡਾ ਇੱਕ ਫਰਜ਼ ਹੈ ਤੁਹਾਨੂੰ ਜਾਗਦੇ ਰੱਖਣਾ ਤੇ ਸਾਰੇ ਧਰਮਾਂ ਦਾ ਸਤਿਕਾਰ ਅਦਬ ਕਰਦੇ ਹੋਏ ਆਪਣੇ ਇਸ ਪ੍ਰੋਗਰਾਮ ਦੀ ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਗੱਲ ਕਰਨੀ ਕਿ ਜੋ ਹੋ ਚੁੱਕਾ ਪ੍ਰੂਫ ਦੇ ਆਧਾਰ ਤੇ ਜੇ ਹੋਣ ਵਾਲਾ ਉਹਦਾ ਸਾਨੂੰ ਪਤਾ ਕੋਈ ਨਹੀਂ। ਹਾਂਜੀ, ਵੈਲਕਮ ਜੀ, ਜੀ ਆਇਆਂ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੱਟੀ ਸਾਹਿਬ, 2 ਛੋਟੇ ਸਵਾਲ। ਇੱਕ ਤਾਂ ਇਹ ਹੈ ਕਿ ਕੈਪਟਨ ਸਾਹਿਬ ਨੇ ਪਾਰਟੀ ਤਾਂ ਬਣਾ ਲਈ ਤੇ ਆਪਣੇ ਮੈਡਮ ਰੂਸਾ ਆਉਣਗੇ ਫਿਰ ਪ੍ਰਚਾਰ ਕਰਨ ਜਦੋਂ ਇਲੈਕਸ਼ਨ ਹੋਈਆਂ? ਤੇ ਨੰਬਰ 2 ਤੇ ਜਿਹੜੀ ਦਿੱਲੀ 'ਚ ਘਟਨਾ ਹੋਈ ਆ ਆਪਣੇ ਸਿੰਘ ਸਾਹਿਬ ਦੇ, ਜਿੱਦਾਂ ਗ੍ਰਾਂਥੀ ਸਾਹਿਬ ਦੇ ਲੜਕੇ ਨੂੰ ਕੁੱਟ ਕੇ ਮਾਰਿਆ, ਉਹਦੇ ਬਾਰੇ ਕੋਈ ਤੁਹਾਡੇ ਕੋਲ ਪੂਰੀ ਅਪਡੇਟ ਹੋਵੇ ਜੀ? ਜਿਹੜੀ ਲੜਕੇ ਨੂੰ ਕੁੱਟ ਕੇ ਮਾਰਨ ਦੀ ਗੱਲ ਜੀ ਮੇਰੇ ਕੋਲ ਦੀ ਅਪਡੇਟ ਕੋਈ ਨਹੀਂ ਹੈਗੀ। ਤੇ ਜਿਹੜੀ ਰੂਸਾ ਦੀ ਗੱਲ ਤੁਸੀਂ ਕਰਦੇ ਹੋ, ਪਹਿਲਾਂ ਪਾਰਟੀ ਨੂੰ ਹੋਣ ਤਾਂ ਆ ਲੈਣ ਦਿਓ ਜੀ, ਅਜੇ ਰਜਿਸਟ੍ਰੇਸ਼ਨ ਨਹੀਂ ਹੋਈ, ਰਜਿਸਟ੍ਰੇਸ਼ਨ ਹੋ ਲੈਣ ਦਿਓ। ਉਦੋਂ ਬਾਅਦ ਫਿਰ ਇੱਕ ਪ੍ਰੈਸ ਕਾਨਫਰੰਸ ਹੋਏਗੀ, ਉਹਦੇ ਵਿੱਚ ਪਤਾ ਲੱਗੇਗਾ ਵੀ ਕਿਹੜਾ MLA ਕਿਹੜਾ MP ਨਾਲ ਖੜਾ ਵਾ ਜੀ। ਹਾਂ, ਤੁਸੀਂ ਗੱਲ ਹੋ ਸਕਦਾ ਕਿ ਨਹੀਂ ਜੀ। ਵੇਖੋ, ਸਮਝੌਤਾ ਵੀ ਹੋ ਗਿਆ, ਅਜੇ ਤੇ ਅਸਤੀਫਾ ਪ੍ਰਵਾਨ ਕਰ ਲਿਆ ਸੋਨੀਆ ਗਾਂਧੀ ਜੀ ਨੇ। ਸੈਕੰਡ ਇਹ ਵੀ ਹੈ ਕਿ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਜਿਸ ਤੱਕ ਮੇਰੀ ਆਵਾਜ਼ ਅੱਖ ਸੀਗੀ ਇਸ ਖਬਰ ਦੇ ਉੱਤੇ ਕਿ ਅਜੇ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਪੈਣਾ ਵੀ ਉਹ ਲੜਾਈ ਇੰਡੀਵਿਜੂਅਲ ਤੌਰ ਤੇ ਆ ਕੀ ਨਹੀਂ, ਕਿਉਂਕਿ ਪਾਰਲੀ ਜਿਹੜੀ ਆਪਣੀ ਜਦੋਂ ਖਬਰ ਆਪਾਂ ਲਾ ਦਿੰਦੇ ਆ ਉਹਦੇ ਪਿੱਛੇ ਕੁਝ ਕਿਸੇ ਵੇਲੇ ਕਹਾਣੀ ਕੁਝ ਹੋਰ ਹੀ ਹੁੰਦੀ ਆ ਨਾ, ਤੇ ਉਹ ਮੁੜ ਕੇ ਹੀ ਐਂ ਕਰੀਦਾ ਵਾ, ਦੰਦੀਆਂ ਵੱਢੀ ਦੀਆਂ ਹੱਥਾਂ ਨੂੰ। ਉਹਦੇ ਵਿੱਚ ਕੇਸ ਦਰਜ ਹੋ ਗਿਆ, ਧਾਰਾ 302 ਦਾ ਮਾਮਲਾ ਦਰਜ ਹੋ ਗਿਆ। ਇੰਨੀ ਕੁ ਖਬਰ ਤਾਂ ਹੈ, ਬਾਕੀ ਤਹਿ ਤੱਕ ਜਾਵਾਂਗੇ ਅਗਲੇ
ਸਵੇਰ ਦੇ ਪ੍ਰੋਗਰਾਮ ਤੱਕ ਸਾਰਾ ਕੁਝ ਕਲੀਅਰ ਹੋ ਜਾਏਗਾ, ਕਿਉਂਕਿ ਸਵੇਰੇ ਪੱਟੀ ਸਾਹਿਬ ਨੇ ਗੂੰਜਣਾ ਸਵੇਰੇ। ਪਾਕਿਸਤਾਨ ਦੇ ਵਿੱਚ ਹੁਣ ਮੈਂ ਉਹ ਕਿੱਥੇ ਖੈਬਰ ਦਾ ਦਰਿਆ, ਕਿੱਥੇ ਸੁਥਨਾ ਪਵਾ ਦਿੱਤੀਆਂ, ਕਿੱਥੇ ਆਪਣਾ ਰਾਜ ਸਿੱਕਾ ਰਾਜ, ਉਸੇ ਧਰਤੀ ਤੇ ਲਾਹੌਰ ਰਾਜਧਾਨੀ ਸਿੱਖਾਂ ਦੀ ਖਲ ਜਿਹੜਾ ਰਾਜ ਬਣਾਇਆ, ਹਾਂਜੀ, ਮਹਾਰਾਜਾ ਰਣਜੀਤ ਸਿੰਘ ਨੇ। ਉੱਥੇ ਪਾਕਿਸਤਾਨ ਦੀ ਉਸ ਧਰਤੀ ਤੇ ਸਿੱਖਾਂ ਨੇ ਜਨਤਕ ਥਾਵਾਂ ਤੇ ਸ੍ਰੀ ਸਾਹਿਬ ਹੁਣ ਕਿਰਪਾਨ ਸਮੇਤ ਜਾਣ ਦੀ ਇਜਾਜ਼ਤ ਮੰਗੀ। ਕੀ ਕਹਿਣਾ ਚਾਹੋਗੇ? ਉਹ ਕਹਿੰਦੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੇ ਖਾਲਸੇ ਨੇ ਤੇਗਾਂ ਮਾਰੀਆਂ ਨੇ। ਇਹ ਤੇਗ ਵੀ ਆ ਗਈ ਨਾ, ਕਿਰਪਾਨ ਨੂੰ ਤੇਗ ਵੀ ਕਹਿੰਦੇ ਨੇ। ਜੀ 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 ਚਲੋ ਗੱਲ ਇਹ ਹੈ ਜੀ ਵੀ ਜਿਹੜੀ ਪਾਕਿਸਤਾਨ ਦੀ ਗੱਲ, ਸਿੱਖਾਂ ਦੀ ਗੱਲ ਕਰਦੇ ਆ, ਸਾਡੇ ਇੱਥੇ ਬੰਦੇ ਪਾਰਲੀਮੈਂਟ ਦੇ ਲਾਗੇ ਲੰਘ ਜਾਣ ਤੇ ਫੜ ਕੇ ਪਰਚਾ ਦੇ ਖਿਲਾਫ ਜਿਹੜਾ ਵਾ ਉਹ ਅੱਤਵਾਦ ਤੇ ਵੱਖਵਾਦ ਤੇ ਜਵਾਬ ਦਿੱਤਾ ਜਾਂਦਾ। ਇਹ ਪਾਰਲੀਮੈਂਟ ਦੇ ਲਾਗੇ ਲੰਘ ਵੀ ਜਾਂਦੇ। ਉੱਥੇ ਇੱਕ ਬੇਅਦਬੀ ਦਾ ਮਾਮਲਾ ਸੀ ਤੇ ਸਿੱਖਾਂ ਨੇ ਇਸਲਾਮਾਬਾਦ ਜਾ ਕੇ ਬਕਾਇਦਾ ਤੌਰ ਤੇ ਪਾਰਲੀਮੈਂਟ ਦਾ ਗੇਟ ਤੋੜਤਾ, ਮੁਜ਼ਾਹਰਾ ਕੀਤਾ ਬੜਾ ਜ਼ਬਰਦਸਤ ਕੀਤਾ। ਹਾਂਜੀ, ਉੱਥੇ ਬਕਾਇਦਾ ਤੌਰ 100 ਕੇ 150 ਸਿੱਖ ਫੜ ਲਿਆ ਉਹਨਾਂ ਨੇ, ਫੜ ਕੇ ਥਾਣੇ ਲੈ ਗਏ। ਤੋਂ ਹੁਕਮ ਹੈ ਕਿ ਛੱਡ ਦਿਓ ਇਹਨਾਂ, ਨਹੀਂ ਫੜਨਾ। ਇਹਨਾਂ ਨੇ ਜਜ਼ਬਾਤੀ ਹੋਇਆ ਕੰਮ ਕੀਤਾ। ਉਹਨਾਂ ਨੂੰ ਕਹਿਤਾ ਜੀ ਅੱਗੇ ਤੋਂ ਤੁਸੀਂ ਕੰਮ ਨਾ ਕਰਿਓ, ਜੇ ਤੁਹਾਨੂੰ ਇਨਸਾਫ ਨਾ ਮਿਲੇ ਜੋ ਮਰਜ਼ੀ ਕਰ ਲਓ, ਤੁਹਾਡੇ ਹੱਕਾਂ ਦੀ, ਧਾਰਮਿਕ ਅਕੀਦੇ ਦੀ ਪੂਰਾ ਖਿਆਲ ਰੱਖਿਆ ਜਾਊਗਾ। ਅੱਜ ਦੀ ਡੇਟ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਜਿੰਨੀ ਕਿ ਤਰੱਕੀ ਉੱਥੇ ਗੁਰਦੁਆਰਿਆਂ ਦੀ ਕੀਤੀ ਕਿ ਜਦੋਂ 1999 ਚ ਕਮੇਟੀ ਬਣੀ ਆ, ਪਹਿਲਾਂ ਤੇ ਹੁਣ ਗੁਰਦੁਆਰੇ ਬਕਾਇਦਾ ਤੌਰ ਤੇ ਉਹਨਾਂ ਨੇ ਕਿਤਾਬ ਛਪੀ ਹੈ, ਲਿਖਣ ਵਾਲੀ ਕਿਤਾਬ ਉਹਦਾ, ਉਹ ਮੈਂ ਵੀ ਗਿਆ ਸੀ, ਮੈਨੂੰ ਦਿੱਤੀ ਸੀ ਉਹਨਾਂ ਨੇ, ਕਾਰਬੋਰਡ ਵਾਲਿਆਂ ਨੇ ਪੜ੍ਹਿਓ। ਠੀਕ ਹੈ ਜੀ। ਇਸ ਕਰਕੇ ਜਿੱਥੇ ਤੱਕ ਮੈਨੂੰ ਉਮੀਦ ਆ ਉੱਥੇ ਉਹਨਾਂ ਨੇ ਸਿੱਖਾਂ ਨੂੰ ਜ਼ਾਤ ਤੇ ਕਿਰਪਾਨ ਲੈ ਕੇ ਦੇ ਜਾਣ ਦੀ ਇਜਾਜ਼ਤ ਦੇ ਦੇਣੀ, ਜਿੱਥੋਂ ਤੱਕ ਮੇਰਾ ਖਿਆਲ ਹੈ। ਕਿਉਂਕਿ ਹੋ ਸਕਦਾ ਵੀ ਇਹ ਪਹਿਲਾਂ ਗੱਲ ਆਪਸੇ ਕਰਕੇ ਤੇ ਬਿਆਨ ਬਾਅਦ ਚ ਫਰਕ ਆ ਜਾਵੇ, ਇਹਨਾਂ ਦਾ ਬਿਸ਼ਨ ਇਜਾਜ਼ਤ ਦਿੱਤੀ ਜਾਵੇ। ਉੱਥੇ ਬਿਸ਼ਨ ਸਿੰਘ ਹੋ ਰਹੀ ਹੈ, ਮਸਤਾਨ ਸਿੰਘ ਹੋ ਰਹੀ ਹੈ, ਜਿਹੜਾ ਬਾਪੂ ਸ਼ਾਮ ਸਿੰਘ ਦੀ ਬੇਸਿਕਲੀ ਉਹ ਕਨਵਰਟਡ ਸਿੱਖ ਸੀਗਾ, ਮੁਸਲਮਾਨ ਸੀਗਾ। ਸਿੱਖ ਬਣ ਕੇ ਵੀ ਉਹ 8 ਵਾਰ ਦਾ ਨਮਾਜ਼ੀ ਸੀ ਦਿੱਲੀ, ਲੇਕਿਨ ਸਿੱਖੀ ਚ ਪੂਰਾ ਪਰਪੱਕ ਸੀ, ਗੁਰਦੁਆਰੇ ਦੀ ਬਹੁਤ ਸੇਵਾ ਕਰਦਾ ਸੀ। ਹੁਣ ਬਾਪੂ ਤੇ ਰਿਹਾ ਨਹੀਂ। ਹੁਣ ਜਿਹੜੇ ਬਾਕੀ ਉਹਦੇ ਪੈਰੋਕਾਰ ਹੈਗੇ ਨੇ ਉੱਥੇ, ਜਿਹੜੇ ਬਿਸ਼ਨ ਸਿੰਘ ਹੋਰੀ ਨੇ, ਮਸਤਾਨ ਸਿੰਘ ਹੋਰੀ ਹੈ, ਚਾਵਲਾ ਹੈਗਾ, ਸਾਰੇ ਬੰਦੇ ਪੂਰੇ ਪਰਪੱਕ ਨੇ ਸਿੱਖੀ ਦੇ ਵਿੱਚ। ਉਹਨਾਂ ਦਾ ਉੱਥੇ ਲੋਕਾਂ ਦੇ ਵਿੱਚ, ਸਰਕਾਰ ਦੇ ਵਿੱਚ ਤੇ ਪ੍ਰਸ਼ਾਸਨ ਦੀ ਕਾਫੀ ਦਬਦਬਾ ਉੱਥੇ ਹੈਗਾ। ਮੈਂ ਦੋ ਤਿੰਨ ਗਿਆ ਉੱਥੇ, ਮੈਂ ਉਹਨਾਂ ਦੇ ਕੋਲ ਰਿਹਾ ਨਹੀਂ ਹੈ, ਜਾ ਕੇ ਵੇਖਿਆ ਵੀ ਕਿੰਨਾ ਸਤਿਕਾਰ ਕਰਦੇ ਉੱਥੇ ਦੇ ਲੋਕ। ਤੇ ਉਮੀਦ ਹੈ ਕਿ ਉਹਨਾਂ ਨੂੰ ਜਿਹੜੀ ਇਜਾਜ਼ਤ ਮੰਗੀ ਉਹ ਇਜਾਜ਼ਤ ਮਿਲ ਜਾਣੀ ਹੈ। ਤੇ ਜਦੋਂ ਇਜਾਜ਼ਤ ਮਿਲੇਗੀ ਤੇ ਫਿਰ ਘੱਟੋ ਘੱਟ ਸਾਡੇ ਲੋਕਾਂ ਨੂੰ ਵੀ ਥੋੜਾ ਇੱਥੇ ਉਪਰਾਲਾ ਕਰਨਾ ਪਊ, ਸਾਨੂੰ ਇਜਾਜ਼ਤ ਦਿੱਤੀ ਜਾਵੇ। ਗੱਲ ਬੜੀ ਵੱਡੀ ਕੀਤੀ ਤੁਸੀਂ ਕਿ ਸਿੱਖ ਬਣ ਕੇ ਵੀ 5 ਨਮਾਜ਼ੀ ਜਾਂ 8 ਨਮਾਜ਼ੀ, ਵੈਸੇ ਤਾਂ 5 ਨਮਾਜ਼ਾਂ ਸੁਣੀਆਂ ਸੀ। ਤੇ ਮੈਨੂੰ ਯਾਦ ਆ ਗਏ ਬਾਬਾ ਬਾਲਾ ਜੀ ਨਾਲ ਮਰਦਾਨਾ ਜੀ। ਹੁਣ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਨੇ। ਜੀ ਜੀ ਜੀ। ਉਹ ਜਿੱਥੇ ਪ੍ਰਚਾਰ ਤੇ ਜਾਂਦੇ ਹੋਣਗੇ, ਨਮਾਜ਼ ਵੀ ਅਦਾ ਕਰ ਦੇਣਗੇ, ਆਪਣੇ ਧਰਮ ਤੇ ਪਰਪੱਕ ਹੋਊਗਣਗੇ। ਕੀ ਕਹਿਣਾ ਚਾਹੋਗੇ? ਜੀ ਜੀ ਬਿਲਕੁਲ। ਵੇਖੋ ਸਾਰੀ ਉਮਰ ਬਾਬਾ ਮਰਦਾਨਾ ਜਿਹੜਾ ਵਾ ਉਹ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਿਹਾ। ਉਹਨਾਂ ਨੇ ਇੱਕ ਵਾਰੀ ਨਹੀਂ ਕਿਹਾ ਨਹੀਂ ਵੀ ਤੂੰ ਆਪਣਾ ਧਰਮ ਛੱਡ ਦੇ। ਉਹਨਾਂ ਤੱਕ ਕੋਈ ਨਮਾਜ਼ ਪੜ੍ਹਨੀ ਪੜ੍ਹ, ਤੂੰ ਆਪਣੇ ਇਸ ਨੂੰ ਯਾਦ ਕਰਨਾ ਕਰ। ਲੇਕਿਨ ਉਹ ਇਹਨਾਂ ਦਾ ਸ਼ਰਧਾਲੂ ਸੀ ਗੁਰੂ ਸਾਹਿਬ ਦਾ। ਜਿਹੜੇ ਉਹਦੇ ਪਰਿਵਾਰਕ ਮੈਂਬਰ ਮੁਸਲਮਾਨ ਹੋਣ ਦੇ ਬਾਵਜੂਦ ਵੀ ਉਹ ਕੀਰਤਨ ਕਰਦੇ ਰਹੇ। ਆਜ਼ਾਦੀ ਤੋਂ ਪਹਿਲਾਂ ਬਹੁਤੇ ਕੀਰਤਨੀਏ ਸਗੋਂ ਜਿਹੜੇ ਉਹਨਾਂ ਦੇ ਪਰਿਵਾਰ ਚ ਉਹਦੇ ਭਾਈਚਾਰੇ ਚ ਹੁੰਦੇ ਸੀ, ਜਿਹੜੇ ਗੁਰਦੁਆਰੇ ਚ ਹੁੰਦੇ ਸੀ। ਆਜ਼ਾਦੀ ਤੋਂ ਬਾਅਦ ਉਹ ਸਾਰੇ ਪਾਕਿਸਤਾਨ ਰਹਿ ਗਏ, ਇੱਥੇ ਕੋਈ ਨਹੀਂ ਸੀ, ਆਪਣੇ ਪਤਾ ਕਰਦੇ। ਬਿਲਕੁਲ ਬਿਲਕੁਲ। ਇੱਥੇ ਵੀ ਉਹਨਾਂ ਦੀ 17ਵੀਂ ਪੀੜ੍ਹੀ ਦੇ ਜਿਹੜਾ ਬਾਬਾ ਆਇਆ ਸੀ, ਉਹਦਾ ਨਾਮ ਨੂੰ ਭੁੱਲ ਗਿਆ। ਉਹਨੇ ਕਿਹਾ ਸੀ ਮੈਂ ਹਰਿਮੰਦਰ ਸਾਹਿਬ ਤੇ ਕੀਰਤਨ ਕਰਨਾ ਚਾਹੁੰਦਾ ਵਾ, ਮੈਨੂੰ ਆਗਿਆ ਦਿੱਤੀ ਜਾਵੇ। ਹਾਂਜੀ ਹਾਂਜੀ ਹਾਂਜੀ। ਪਰ ਉਹ ਆਗਿਆ ਨਹੀਂ ਸੀ ਮਿਲੀ ਉਹਨੂੰ। ਉਹਨਾਂ ਦੀ ਆਪਣੀ ਮਰਿਆਦਾ ਕੋਈ ਹੋਊਗੀ, ਸਾਨੂੰ ਨਹੀਂ ਪਤਾ ਵੀ ਅਸੀਂ ਵੀ ਕੀ ਕਰਦੇ ਕੀ ਨਹੀਂ ਕਰਦੇ। ਦੇਖੋ ਉਹਨਾਂ ਦੀ ਖਾਸ ਸੀ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਾਂ ਬੈਠ ਕੇ। ਤੁਸੀਂ ਵੇਖੋ ਉਹਨਾਂ ਨੇ ਪੱਗ ਬੱਧੀ ਹੁੰਦੀ ਸੀ। ਹੁਣ ਗੱਲ ਇਹ ਹੈ ਕਿ ਅਸੀਂ
ਢਾਡੀ ਲੇਕਿਨ ਉਹ ਨੱਥਾ ਆਪਣੇ ਧਰਮ ਭਗਤੀ ਸੀਗੇ। ਢਾਡੀ ਨੱਥਾ ਤੇ ਅਬਦੁੱਲਾ ਦੀ ਗੱਲ ਕਰਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰਦੇ ਆ। ਜੇ ਢਾਡੀ ਨੱਥਾ ਤੇ ਅਬਦੁੱਲਾ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਢਾਡੀ ਵਾਰਾਂ ਗਾ ਸਕਦੇ ਨੇ, ਜੋਸ਼ ਭਰ ਸਕਦੇ ਨੇ, ਤੇ ਉਹ ਵੀ ਤਾਂ ਢਾਡੀ ਨੱਥਾ ਤੇ ਅਬਦੁੱਲਾ ਕੌਣ ਸਨ, ਇਹ ਵੀ ਵੇਖਣ ਵਾਲੀ ਬਿਲਕੁਲ, ਜਾਣ ਵਾਲੀ ਬਿਲਕੁਲ, ਗੱਲ ਹੈ। ਬਿਲਕੁਲ। ਆਪਾਂ ਚਲੋ ਇਤਿਹਾਸ ਦੇ ਪੰਨਿਆਂ ਨੂੰ ਜਦੋਂ ਤੁਹਾਡੇ ਨਾਲ ਗੱਲ ਕਰੀਦੀ ਹੈ ਥੋੜੇ ਜਿਹੇ ਇਨਫੋਰਮੇਸ਼ਨ ਦੇ ਵਿੱਚ ਮੇਰਾ ਵੀ ਵਾਧਾ ਹੁੰਦਾ, ਸਾਡੇ ਦਰਸ਼ਕਾਂ ਸਰੋਤਿਆਂ ਦੇ ਵੀ ਵਾਧਾ ਹੁੰਦਾ ਹੋਵੇਗਾ। ਸਵੇਰੇ 9 ਵਜੇ ਫਿਰ ਮਿਲਦੇ ਆ ਜੀ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਦੀਵਾਲੀ ਦੀਆਂ, ਬੰਦੀ ਛੋੜ ਦਿਵਸ ਦੀਆਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਬਹੁਤ ਸਾਰੀਆਂ ਵਧਾਈਆਂ, ਸ਼ੁਭ ਕਾਮਨਾਵਾਂ। ਥੈਂਕ ਯੂ। ਧੰਨਵਾਦ ਜੀ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।